ਅਸੀਂ ਨਾ ਤੁਹਾਡੇ ਕੋਲ ਜੀ ਇੱਕ ਸਵਾਲ ਲੈ ਕੇ ਆਏ ਹਾਂ ਉਹਦਾ ਸਾਨੂੰ ਚਾਹੀਦਾ ਜਵਾਬ। ਠੀਕ ਹੈ, ਕੀ ਬਾਤ ਸਵਾਲ ਦਾ ਜਵਾਬ ਚਾਹੀਦਾ ਜੀ ਦੇਖੋ ਜਵਾਬ ਲੈਣ ਤੋਂ ਬਗੈਰ ਹਾਂ ਤੁਹਾਡੇ ਕੋਲੋਂ ਨਹੀਂ ਜਾਣਾ ਨਹੀਂ ਜਾਣਾ। ਠੀਕ ਹੈ, ਦੇਖੋ ਜਿਹੜਾ ਇਸ਼ਕ ਦਾ ਮਾਮਲਾ ਹੈ ਠੀਕ ਹੈ ਕਿ ਮਿਸਾਲ ਹੈ ਮੈਨੂੰ ਕਿਸੇ ਔਰਤ ਦਾ ਇਸ਼ਕ ਹੋ ਗਿਆ, ਜੀ ਜੀ ਕਿਸੇ ਲੜਕੀ ਨੂੰ ਮੇਰਾ ਇਸ਼ਕ ਹੋ ਗਿਆ, ਜੀ ਜੀ ਉਹ ਇਸ਼ਕ ਚੱਲਦਾ ਕਿ ਇਸ ਹੱਦ ਤੱਕ ਟੁਰ ਗਿਆ ਵੇ। ਜੀ ਠੀਕ ਹੈ ਕਿ ਅਸਾਂ ਦੋਵਾਂ ਨੇ ਸ਼ਾਦੀ ਕਰ ਲਈ ਆ, ਜੀ ਅਸਾਂ ਸ਼ਾਦੀ ਕਰ ਲਈ ਹੈ। ਜੀ ਜੀ ਉਹ ਇਸ਼ਕ ਦੇ ਦੌਰਾਨ ਨਾ ਤੈਨੂੰ ਮੇਰੀਆਂ ਬੁਰਾਈਆਂ ਨਜ਼ਰ ਆ ਰਹੀਆਂ ਜੀ ਜੀ ਠੀਕ ਹੈ ਹੁਣ ਇਹ ਕਿ ਮੈਂ ਬੁਰਾ ਹੋਇਆ ਜਾਂ ਬੁੱਧੀਆਂ ਕੀ ਨਹੀਂ, ਉਹ ਕਹਿ ਰਹੀ ਕਿ ਸਭ ਕੁਝ ਤੂੰ ਹੀ ਹੈ, ਹਾਂਜੀ ਸਭ ਕੁਝ ਤੂੰ ਹੀ ਤੂੰ ਤੇ ਮੇਰੇ ਬਾਅਦ ਜ਼ਮੀਨ ਵੀ ਤੂੰ ਹੈ, ਅਸਮਾਨ ਵੀ ਤੂੰ ਹੈ, ਸਾਰੀ ਹਰ ਸ਼ਾਇਦ ਤੂੰ ਹੀ ਬਿਲਕੁਲ ਸਭ ਕੁਝ ਹੀ ਤੂੰ ਹੈ। ਜੀ ਠੀਕ ਹੈ ਜਦੋਂ ਮਰਦ ਠੀਕ ਹੈ ਮੇਰੀ ਸ਼ਾਦੀ ਉਸ ਲੜਕੀ ਨਾਲ ਹੋ ਜਾਂਦੀ ਹੈ, ਜੀ ਜੀ ਬੱਚੇ ਪੈਦਾ ਹੋ ਜਾਂਦੇ ਨੇ, ਬਿਲਕੁਲ ਮੈਂ ਬਾਪ ਬਣ ਜਾਂਦਾ, ਉਹ ਔਰਤ ਜਿਹੜੀ ਹੈ ਬੱਚਿਆਂ ਦੀ ਮਾਂ ਬਣ ਜਾਂਦੀ ਹੈ, ਇੱਕ ਫੈਮਿਲੀ ਬਣ ਜਾਂਦੀ ਹੈ। ਠੀਕ ਹੈ ਜਿਹੜਾ ਵੀ ਫੈਮਿਲੀ ਚ ਆ ਗਿਆ, ਜੀ ਸ਼ਾਦੀ ਹੋ ਜਾਂਦੀ ਹੈ, ਵਿਆਹ ਹੋ ਜਾਂਦਾ ਹੈ, ਉਸ ਤੋਂ ਬਾਅਦ ਫਿਰ ਔਰਤ ਨੂੰ ਮਰਦ ਦੇ ਵਿੱਚ ਗਰੀਬੀ ਦੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਕਿਉਂਕਿ ਗਰੀਬ ਹੈ, ਉਹ ਕਾਰ ਕੋਈ ਨਹੀਂ ਠੀਕ ਹੈ ਹਾਂਜੀ ਤੇਰੀ ਕੋਠੀ ਨਹੀਂ, ਜਿਹੜੇ ਮਹੱਲੇ ਦਾ ਭਾਪਾ ਹੋਈ ਹੈ, ਮੇਰੀ ਦੀਵਾਨੀ ਹੋਈ ਹੈ। ਠੀਕ ਹੈ ਉਹਨੇ ਮੈਨੂੰ ਮਜਬੂਰ ਕੀਤਾ ਠੀਕ ਹੈ ਜਾਂ ਮੈਂ ਉਹਨੂੰ ਮਜਬੂਰ ਕਰ ਜੀ ਮੈਂ ਲੜਕੀ ਨੂੰ ਮਜਬੂਰ ਕਰਨਾ ਤੇ ਬਾਅਦ ਮੈਂ ਉਹਨੂੰ ਕਹਾਂ ਕਿ ਤੂੰ ਬੁਰੀ ਹੈ ਜਾਂ ਤੂੰ ਇੰਝ ਹੈ ਜੀ ਜਾਂ ਮਰਦ ਔਰਤ ਨੂੰ ਕਰ ਦੇਗਾ, ਔਰਤ ਮਰਦ ਨੂੰ ਕਰ ਬਿਲਕੁਲ ਹਾਂਜੀ ਕੋਈ ਨਾ ਕਰਦਾ ਤੂੰ ਅਫਰੀਕਾ ਦੇ ਵਿੱਚ ਜਿਹੜਾ ਵੀ ਜੀ ਜੀ ਕਰ। ਸ਼ਾਦੀ ਤੋਂ ਬਾਅਦ ਬੱਚਿਆਂ ਤੋਂ ਬਾਅਦ ਔਰਤ ਨੂੰ ਮਰਦ ਦੇ ਵਿੱਚ ਜਾਂ ਮਰਦ ਨੂੰ ਔਰਤ ਦੇ ਵਿੱਚ ਜੀ ਅੱਛਾਈ ਨਜ਼ਰ ਆਉਂਦੀ ਬਜਾਏ ਬੁਰਾਈ ਨਜ਼ਰ ਆਉਣੀ ਕਿਉਂ ਸ਼ੁਰੂ ਹੋ ਜਾਂਦੀ ਹੈ? ਇਹਦੇ ਬਾਰੇ ਜਿਹੜਾ ਤੁਸੀਂ ਜਾਣਕਾਰੀ ਕਰੋ ਕਿ ਕੀ ਮਾਜਰਾ ਵੇ ਕਿ ਦੁਨੀਆ ਦਾ ਲਾਲਚ ਹੈ ਇਨਸਾਨ ਦੇ ਅੰਦਰ ਆ ਜਾਂਦਾ। ਪਹਿਲੀ ਗੱਲ ਤੇ ਆ ਵੇ ਕਿ ਪੰਜਾਬੀ ਜ਼ਬਾਨ ਚ ਉਰਦੂ ਪਹਿਲੀ ਗੱਲ ਤੇ ਆ ਵੇ ਕਿ ਜਿਹੜਾ ਇਸ਼ਕ ਦਾ ਫਲਸਫਾ ਹੈ ਨਾ, ਇਸ਼ਕ ਦਾ ਫਲਸਫਾ ਉਹਨੂੰ ਸਮਝਣਾ ਨਹੀਂ। ਇਸ਼ਕ ਹੈ ਕੀ ਚੀਜ਼? ਇਸ਼ਕ ਦਾ ਪਤਾ ਚੱਲ ਜਾਏਗਾ ਉੱਥੇ ਦੁਨੀਆ ਵੀ ਗਈ, ਔਰਤਾਂ ਵੀ ਗਈਆਂ, ਮਰਦ ਵੀ ਗਏ, ਬੱਚੇ ਵੀ ਗਏ, ਬੁੱਢੇ ਵੀ ਗਏ, ਜਵਾਨ ਵੀ ਗਏ, ਹਰ ਸ਼ੈ ਗਈ। ਜਦੋਂ ਇਸ਼ਕ ਦਾ ਫਲਸਫੇ ਦਾ ਪਤਾ ਚੱਲ ਜਾਏ ਦੁਨੀਆ ਦੇ ਉੱਤੇ ਇਸ ਟਾਈਮ ਜਿਹੜੀ ਆਬਾਦੀ ਹੈ 7.5 ਅਰਬ ਤੋਂ 8 ਅਰਬ ਆਬਾਦੀ ਕਿੰਨੀ ਹੈ? 7.5 ਤੋਂ 8.5 ਅਰਬ 7.5 ਅਰਬ ਜਾਂ 8 ਅਰਬ ਆਬਾਦੀ ਹੈ। ਅਗਰ ਕਿਸੇ ਦੇ ਅੰਦਰ ਇਸ਼ਕ ਦੇ ਫਲਸਫੇ ਨੂੰ ਇਸ਼ਕ ਨੂੰ ਕੋ ਜਾਣਦਾ ਹੈ 7.5 ਅਰਬ ਤੋਂ ਸਿਰਫ ਇੱਕ ਹੀ ਬੰਦਾ ਹੈ ਜਿਹਨੂੰ ਮਰੂਮ ਹੈ ਇਸ਼ਕ ਦਾ। ਇਸ਼ਕ ਕੀ ਚੀਜ਼? ਇਸ਼ਕ ਕੀ ਚੀਜ਼ ਹੈ? ਐਡਾ ਵੱਡਾ ਫਲਸਫਾ ਹੈ ਕੀ ਬਲਾ ਵੇ ਇਸ਼ਕ ਕਿਹਨੂੰ ਆਂਦੇ ਨੇ? ਉਹ ਕੋਈ ਇੱਕ ਬੰਦਾ ਵੇ, ਉਹ ਕਹਿੰਦੇ ਅਲਫਾਜ਼ ਛੋਟਾ ਹੈ ਬਾਕੀ ਹੈ ਬੜਾ ਵੱਡਾ ਹੈ। ਮੈਂ ਨਾ 7.5 ਅਰਬ ਦੁਨੀਆ ਦੇ ਵਿੱਚ ਕੋਈ ਇੱਕ ਬੰਦਾ ਹੈ ਅੱਲਾਹ ਤਾਲਾ ਦਾ ਕਿਤੇ ਬੈਠਾ ਹੋਵੇਗਾ ਇਸ਼ਕ ਲੈ ਕੇ ਕਿਤੇ ਉਹ ਬੈਠਾ ਹੋਵੇ। ਇਸ਼ਕ ਦਾ ਫਲਸਫੇ ਦਾ ਜਦੋਂ ਸਮਝ ਆ ਜਾਵੇਗੀ ਤੇ ਫਿਰ ਸਾਨੂੰ ਪਤਾ ਚੱਲੇਗਾ ਕਿ ਅਗਲੀ ਕਹਾਣੀ ਔਰਤ ਦਾ ਮਾਮਲਾ ਬਹੁਤ ਦੂਰ ਹੈ। ਪਹਿਲੇ ਸਾਨੂੰ ਇਸ਼ਕ ਦੇ ਬਾਰੇ ਸਮਝ ਨਹੀਂ ਲੱਗਦੀ ਇਸ਼ਕ ਹੈ ਕੀ ਇਸ਼ਕ ਜਿਹੜਾ ਹੈ ਇਸ਼ਕ ਹੁੰਦਾ ਕਿਸ ਤਰ੍ਹਾਂ ਸ਼ੁਰੂ ਹੋਇਆ? ਹੁਸਨ ਤੋਂ ਸ਼ੁਰੂ ਹੁੰਦਾ। ਕਿਉਂਕਿ ਇਸ਼ਕ ਕਿਤੋਂ ਸ਼ੁਰੂ ਹੁੰਦਾ ਜੀ? ਸੰਤੋਂ ਜਾਂ ਕਿਸੇ ਅਦਾਤ ਤੋਂ। ਹੁਸਨ ਕੀ ਚੀਜ਼ ਹੈ? ਜਦੋਂ ਹੁਸਨ ਦਾ ਪਤਾ ਚੱਲ ਜਾਏਗਾ ਫਿਰ ਇਸ਼ਕ ਦਾ ਪਤਾ ਚੱਲ ਜਾਏਗਾ। ਹੁਸਨ ਵੇਖ ਕੇ ਦੇਖੋ ਕਿੰਨਾ ਖੂਬਸੂਰਤ ਜਵਾਨ ਹੈ, ਬੱਚਾ ਕਿੰਨਾ ਖੂਬਸੂਰਤ, ਉਹ ਬੱਚਾ ਕਿੰਨਾ ਖੂਬਸੂਰਤ। ਜਿਹੜਾ ਬੰਦਾ ਬਾਹਰੋਂ ਆਉਂਦਾ ਉਹ ਵੇਖਦਾ ਕੀ ਹੈ? ਉਹਨੂੰ ਹੁਸਨ ਨਜ਼ਰ ਆਉਂਦਾ। ਕੀ ਨਜ਼ਰ ਆਉਂਦਾ? ਜੇ ਇਹ ਗੱਲ ਨੂੰ ਸਮਝੋਗੇ ਗੌਰ ਨਾਲ ਗਹਿਰਾਈ ਚ ਜਾ ਕੇ ਤਾਂ ਫਿਰ ਅੱਜ ਦੀ ਸਾਰੀ ਅੱਜ ਦੀ ਖੇਡ ਜਿਹੜੀ ਅੱਲਾਹ ਤਾਲਾ ਨੇ ਜਾ ਕੇ ਸਾਨੂੰ ਕਰਨੀ। ਇੱਕ ਬਿੱਲੀ ਜਾਂ ਕੁੱਤਾ, ਇਨਸਾਨ ਔਰ ਹੈਵਾਨ, ਅੱਲਾਹ ਤਾਲਾ ਨੇ ਹੈਵਾਨ ਨੂੰ ਪੈਦਾ ਕਿਉਂ ਕੀਤਾ? ਕੋਈ ਸਵਾਲ ਦਾ ਜਵਾਬ ਦੇ ਸਕਦਾ ਹੈ? ਕਿਸੇ ਨੂੰ ਪਤਾ ਹੈ? ਡੰਗਰ ਨੂੰ ਪੈਦਾ ਕਿਉਂ ਕੀਤਾ? ਹੈਵਾਨ ਨੂੰ ਪੈਦਾ ਕਿਉਂ ਨਹੀਂ ਪਤਾ ਹੈ? ਨਹੀਂ ਪਤਾ ਕਿ ਇਨਸਾਨ ਆਪਣੀ ਪਹਿਚਾਨ ਕਰ ਲੈ ਉਹ ਪੈਦਾ ਕੀਤਾ ਹੈ। ਇਨਸਾਨ ਆਪਣਾ ਆਪ
ਵੰਡ ਕੱਢ ਲਵੇ ਐਸ ਵਾਸਤੇ ਪੈਦਾ ਕੀਤਾ ਹੈ ਕਿ ਮੈਂ ਇਨਸਾਨ ਹਾਂ ਤੇ ਇਹ ਹੈਵਾਨ। ਇਸ ਤੋਂ ਉੱਥੇ ਪਹੁੰਚਣ ਵਾਸਤੇ ਸਵਾਲ ਨਾ ਉਹ ਕਰ ਛੜਿਆ ਜਿਹੜਾ ਸਾਰੀ ਜ਼ਿੰਦਗੀ ਉਮਰ ਹੀ ਗੁਜ਼ਰ ਗਈ ਹੈ। ਸਵਾਲ ਨਾ ਉਹ ਕਰ ਛੜਿਆ ਕਿ ਉਹਨੂੰ ਸਮਝਾਉਣ ਵਾਸਤੇ ਵੀ ਬੜਾ ਇੱਕ ਟਾਈਮ ਉਹ ਵਕਤ ਚਾਹੀਦਾ। ਲੇਕਿਨ ਸਟੈਪ ਬਾਈ ਸਟੈਪ ਜਦੋਂ ਗੱਲ ਫਲਸਫੇ ਨਾਲ ਕਰਨੇ ਆ ਉਹਦੀ ਗੱਲ ਦੀ ਹਕੀਕਤ ਦੀ ਸਮਝ ਅਸੀਂ ਪਹਿਲੇ ਅੱਲਾਹ ਨੇ ਪੈਦਾ ਕੀਤਾ ਹੈਵਾਨ ਦੇ ਨਾਲ ਇਨਸਾਨ। ਅੱਲਾਹ ਪਾਕ ਨੇ ਹਰ ਦੁਨੀਆ ਦੇ ਉੱਤੇ ਹਰ ਚੀਜ਼ ਨੂੰ ਮੁਤਜ਼ਾਦ ਦੀ ਸ਼ਕਲ ਤੇ ਪੈਦਾ ਕੀਤਾ। ਦਿਨ ਹੈ ਤੋਂ ਰਾਤ ਹੈ, ਸੁਬਹ ਤੇ ਸ਼ਾਮ ਹੈ, ਗੁਰਬਤ ਹੈ ਤੇ ਅਮੀਰੀ ਹੈ, फना है थे बका है। यानी जितने भी जिंदगी जो भी इंसान की गुजर रही है सारी काले जो गुजरती गई है मुतजाद है। औरत है मर्द है, खावत है मियां है, मोहब्बत है ते नफरत है। इश्क दा नाल चीज़ां नाल कोई वास्ता नहीं है। इश्क दा नाल चीज़ां नाल कोई वास्ता नहीं है। इंसान को पैदा किया कि इंसान अपनी पहचान कर। ਹੁਣ ਹੈਵਾਨ ਕੀ ਕਰਦਾ ਤੇ ਇਨਸਾਨ ਕੀ ਕਰਦਾ? ਹੈਵਾਨ ਵੀ ਬੱਚੇ ਦਿੰਦਾ ਹੈ, ਇਨਸਾਨ ਵੀ ਬੱਚੇ ਦਿੰਦਾ ਹੈ। ਹੈਵਾਨ ਵੀ ਸ਼ਾਦੀਆਂ ਕਰਦਾ ਹੈ, ਇਨਸਾਨ ਵੀ ਸ਼ਾਦੀਆਂ ਕਰਦਾ ਹੈ। ਹੈਵਾਨ ਵੀ ਅਜ਼ਲ ਤੋਂ, ਇਨਸਾਨ ਵੀ ਅਜ਼ਲ ਤੋਂ। ਕੌਵਾ ਅਜ਼ਲ ਤੋਂ ਆ ਰਿਹਾ। ਅਰਬਾਂ ਮਿਲੀਅਨ ਬਿਲੀਅਨ ਟ੍ਰਿਲੀਅਨ ਸਾਲ ਹੋ ਗਏ ਨੇ। ਕਾਂ ਆ ਰਿਹਾ ਕਿ ਨਹੀਂ? ਕਾਂ ਸਾਡੇ ਨਾਲ ਹੀ ਹੈ ਤੇ ਸਾਡਾ ਕੀ ਕਮਾਲ ਹੈ ਯਾਰ? ਇਹ ਕਿਤਾਬਾਂ ਦਾ ਕੀ ਕਮਾਲ ਹੈ? ਸਾਡੇ ਇਲਮ ਅਕਲ ਦਾ ਕੀ ਕਮਾਲ ਹੈ? ਘਰ ਉਹਦਾ ਵੀ ਉਹ ਵੀ ਹੌਸਲਾ ਬਣਾਉਂਦਾ। ਘਰ ਤੁਸੀਂ ਬਣਾਉਂਦੇ ਹੋ ਉਹ ਵੀ ਬਣਾਉਂਦਾ। ਉਹਨੂੰ ਵੀ ਅਰਬਾਂ ਮਿਲੀਅਨ ਸਾਲਾਂ ਨੂੰ ਸਾਡੇ ਨਾਲ ਹੈ। 5 ਵਜੇ ਸਵੇਰੇ ਵੀ ਨਿਕਲਦਾ ਮਜ਼ਦੂਰੀ ਦੇ। ਉਹ ਵੀ ਨਿਕਲਦਾ, ਖਾਂਦਾ ਪੀਂਦਾ, ਸਭ ਕੁਝ ਕਰਦਾ, ਬੱਚੇ ਪਾਲਦਾ। ਉਹਨੂੰ ਵੀ ਆਪਣੀ ਔਲਾਦ ਬਹੁਤ ਪਿਆਰੀ ਹੈ। ਸ਼ਾਮੀ ਵਾਪਸ ਆਉਂਦਾ ਇਹ ਵੀ ਭਾਈ ਰਾਤ ਉਹਨੂੰ ਵੀ ਪਤਾ ਹੁਣ ਰਾਤ ਹੈ। ਉਹਨੂੰ ਵੀ ਪਤਾ ਹੁਣ ਰਾਤ ਹੈ। 5 ਵਜੇ ਨੂੰ ਬੜਾ ਦਿਨ ਚੜ੍ਹਦਾ। ਸਾਡਾ ਉਹਦੇ ਫਰਕ ਕੱਢਣਾ। ਜਦੋਂ ਫਰਕ ਕੱਢ ਜਾਓਗੇ ਤੁਹਾਨੂੰ ਇਸ ਦਾ ਪਤਾ ਲੱਗ ਜਾਏਗਾ। ਜੋ ਤੁਸੀਂ ਹੈਵਾਨ ਚੋਂ ਤੇ ਇਨਸਾਨ ਚੋਂ ਆਪਣਾ ਫਰਕ ਬਾਹਰ ਕੱਢ ਲਓਗੇ ਪਹਿਲੀ ਸਟੈਪ ਹੈ। ਜਿਹਨੂੰ ਇਨਸਾਨ ਔਰ ਹੈਵਾਨ ਤੋਂ ਬਾਹਰੋਂ ਫਰਕ ਨਜ਼ਰ ਆ ਗਿਆ ਪਹਿਲਾ, ਉਹ ਉੱਥੋਂ ਤੁਹਾਡਾ ਇਸ਼ਕ ਸ਼ੁਰੂ ਹੋ ਜਾਣਾ। ਉੱਥੋਂ ਇਸ਼ਕ ਦੀ ਬੁਨਿਆਦ ਬਚਣੀ ਹੈ। ਜਬ ਤੱਕ ਤੁਹਾਡਾ ਇਨਸਾਨ ਔਰ ਹੈਵਾਨ ਚੋਂ ਫਰਕ, ਕੁੱਤਾ ਹੈ ਇਨਸਾਨ ਤੋਂ, ਕੁੱਤਾ ਕੁੱਤੀ ਦੇ ਨਾਲ ਤੂੰ ਬਾਸ਼ਰਤ ਕਰਦਾ ਕਿ ਨਹੀਂ ਕਰਦਾ? ਉਹਨੂੰ ਛੱਡਦਾ। ਬੱਚੇ ਕੌਣ ਪਾਲਦੀ ਹੈ? ਕੁੱਤੀਆਂ ਬੱਚੇ, ਕੁੱਤੀ ਬੱਚੇ ਪਾਲਦੀ ਹੈ। ਕੁੱਤੇ ਦਾ ਫਿਰ ਕੋਈ ਹੋਰ ਕਿਸੇ ਹਿਸਾਬ ਨਾਲ, ਫਿਰ ਦੂਸਰੀ ਕੁੱਤੀ ਕੋਲ, ਫਿਰ ਤੀਸਰੀ ਕੁੱਤੀ ਕੋਲ, ਫਿਰ ਚੌਥੀ ਕੁੱਤੀ ਕੋਲ। ਕੁੱਤਾ ਹੋਵੇ ਜਾਨਵਰ ਜੋ ਤੁਹਾਡੇ ਕੋਲ ਆ ਜਾਂਦਾ, ਜੋ ਤੁਹਾਡੇ ਕੋਲ ਕੁੱਤਾ ਚੱਲ ਕੇ ਆ ਜਾਂਦਾ ਹੈ, ਆ ਕੇ ਦੁਮਲਾ ਦਾ ਕੁਸ਼ਨ ਮਾਰਦਾ ਆ ਕੇ ਬਹਿ ਜਾਂਦਾ। ਉਹਨੂੰ ਨਹੀਂ ਪਤਾ ਇਹ ਖਾਲਿਦ ਸਾਹਿਬ ਨੇ, ਉਹਨੂੰ ਨਹੀਂ ਪਤਾ ਹੈ ਜ਼ਹੂਰ ਸਾਹਿਬ ਨੇ, ਸ਼ੁਐਬ ਸਾਹਿਬ ਨੇ, ਕੌਣ ਸਾਹਿਬ ਬੈਠੇ ਨੇ। ਕੁੱਤੇ ਨੂੰ ਕਿਹਦੇ ਨਾਲ ਮੁਹੱਬਤ ਦੱਸੋ? ਅੱਗ ਦੋਵਾਂ ਨਾਲ ਬਿੱਲੀ ਝੋਲੀ ਚ ਪੈਂਦੀ ਨਿਕਲਦੀ ਨਹੀਂ। ਕੁੱਤਾ ਗੋਲ ਚੋਂ ਨਿਕਲਦਾ ਨਹੀਂ ਹੈਗਾ। ਉਹਨੂੰ ਕਿਹਦੇ ਨਾਲ ਪਿਆਰ ਹੈ ਕੁੱਤੇ ਨੂੰ? ਉਹਨੂੰ ਨਹੀਂ, ਕੁੱਤੇ ਦੀ ਨਜ਼ਰ ਦੇ ਵਿੱਚ ਕੁੱਤੇ ਨੂੰ ਨਹੀਂ ਪਤਾ ਇਨਸਾਨ ਨੇ। ਉਹਦੀਆਂ ਅੱਖਾਂ ਵਿੱਚ ਉਹਨੂੰ ਨਹੀਂ ਪਤਾ ਕਿ ਇਹ ਸਾਰੇ ਇਨਸਾਨ ਬੈਠੇ ਨੇ। ਉਹ ਕਿਹਦੇ ਨਾਲ ਮੁਹੱਬਤ ਕਰਦਾ ਹੈ ਪਿਆ? ਉਹ ਸਿਰਫ ਇਹ ਹੀ ਵੇਂਦਾ ਪਿਆ ਕੋਈ ਮਖਲੂਕ ਹੈ ਰੱਬ ਦੀ, ਕੋਈ ਪਿਆਰ ਕਰਦੇ ਨੇ ਲੋਕ। ਕੋਈ ਮਖਲੂਕ ਹੈ, ਕੋਈ ਬੰਦਾ ਹੈ, ਕੋਈ ਉਹਨੂੰ ਨਹੀਂ ਪਤਾ ਬੰਦਾ ਹੈ ਕਿ ਇਨਸਾਨ ਹੈ। ਹੋ ਸਕਦਾ ਉਹਦੀ ਨਜ਼ਰ ਚ ਅਸੀਂ ਕੁੱਤੇ ਹੀ ਹੋਈਏ। ਉਹਦੀ ਨਜ਼ਰ ਵਿੱਚ ਨਾਂ ਜੈਸਾ ਰੱਖਿਆ ਉਹਦਾ, ਤੂੰ ਕੁੱਤੇ ਨੇ ਸਾਡਾ ਨਾਂ ਤੇ ਰੱਖਣਾ। ਹੈਵਾਨ ਨੇ ਸਾਡੇ ਨਾਂ ਹੀ ਰੱਖੇ, ਅਸਾਂ ਨਾਂ ਰੱਖੇ ਕਿਉਂਕਿ ਨਾਤਕ ਉਹਨੇ ਹੈਵਾਨ ਆ। ਸਾਨੂੰ ਅੱਲਾਹ ਨੇ ਜ਼ੁਬਾਨ ਦਿੱਤੀ ਹੈ, ਇਹ ਬੋਲਣਾ ਹੈ। ਦੇਖੋ ਬੋਲਣ ਵਾਲਾ ਇਨਸਾਨ ਨਹੀਂ ਹੁੰਦਾ, ਇਨਸਾਨ ਹੁੰਦਾ ਇਸ਼ਕ ਨਾਲ। ਇਨਸਾਨ ਕਾਹਦੇ ਨਾਲ ਹੁੰਦਾ ਵੇ? ਇਸ਼ਕ ਨਾਲ ਇਨਸਾਨ ਹੁੰਦਾ ਹੈ। ਹੁਣ ਜਦੋਂ ਆ ਜਾਂਦਾ ਕੋਲ, ਉਹਨੂੰ ਤੁਹਾਡਾ ਮੁਹੱਬਤ ਕਿਹਦੇ ਨਾਲ ਹੁੰਦੀ ਹੈ? ਉਹ ਤੁਹਾਡਾ ਹੁਸਨ ਨਹੀਂ ਦਿੰਦਾ। ਕੁੱਤਾ ਜਦੋਂ ਆਉਂਦਾ ਤੁਹਾਡਾ ਹੁਸਨ ਨਹੀਂ ਦਿੰਦਾ। ਬਿੱਲੀ ਆ ਕੇ ਤੁਹਾਡਾ ਹੁਸਨ ਨਹੀਂ ਦਿੰਦੀ। ਕਿਹਦੇ ਨਾਲ ਉਹਨੂੰ ਇਸ਼ਕ ਹੁੰਦਾ ਦੱਸੋ? ਉਹਨੂੰ ਦਿਲ ਦੇ ਨਾਲ ਇਸ਼ਕ ਹੁੰਦਾ। ਕਿਹਦੇ ਨਾਲ ਹੁੰਦਾ ਵੇ? ਦਿਲ ਨਾਲ। ਉਹਦਾ ਹੁਸਨ ਨਾਲ ਕੋਈ ਵਾਸਤਾ ਨਹੀਂ। ਤੇ ਇਨਸਾਨ ਜਿਹੜਾ ਵੇ ਉਹ ਕੀ ਕਰਦਾ ਹੈ? ਉਹ ਅੱਖ ਨਾਲ ਮੁਹੱਬਤ ਕਰ ਰਿਹਾ, ਅੱਖਾਂ ਦੇ ਨਾਲ। ਉਹ ਸੋਹਣੀ, ਉਹ ਸੋਹਣੀ, ਉਹ ਸੋਹਣੀ, ਉਹ ਸੋਹਣੀ। ਉਹਨੂੰ ਇੱਕ ਜਗ੍ਹਾ ਤੋਂ ਨਜ਼ਰ ਨਹੀਂ ਟਿਕ ਰਹੀ। ਇੱਕ ਜਗ੍ਹਾ ਤੋਂ ਨਜ਼ਰ ਨਹੀਂ ਟਿਕਦੀ ਪਈ। ਮਿਸਾਲ ਤੌਰ ਤੇ ਇੱਕ ਬੰਦਾ ਹੈ, ਉਹਨੂੰ ਇੱਕ ਲੜਕੀ ਪਸੰਦ ਆ ਗਈ, ਖੂਬਸੂਰਤ ਹੈ। ਪਹਿਲੀ ਗੱਲ ਤੇ ਆ ਕਿ ਉਹਦੇ
ਹਿਜਰ ਦੇ ਵਿੱਚ, ਉਹਦੀ ਜੁਦਾਈ ਦੇ ਵਿੱਚ ਕਿੰਨੇ ਤੜਪ ਮਰ ਗਿਆ ਉਹਦੇ ਵਸਾਲ ਕਰਨ ਵਾਸਤੇ। ਕਦੇ ਉਸ ਨੂੰ ਕਰੇ ਖਲੋ, ਕਦੇ ਸਰਦੀਆਂ ਵੇਖ, ਕਦੇ ਗਰਮੀਆਂ ਵੇਖ, ਕਦੇ دیਵਾਨਾ ਮਜਨੂ ਹੋ ਗਿਆ। ਜਦੋਂ ਉਹ ਮਹਿਬੂਬ ਉਹਦਾ ਉਹਨੂੰ ਮਿਲ ਗਿਆ, ਜਦੋਂ ਉਹਦਾ ਮਹਿਬੂਬ ਉਹਨੂੰ ਮਿਲ ਕੇ ਕੋਲ ਆ ਗਿਆ, ਦੂਸਰੇ ਦਿਨ ਉਹਦੀ ਅੱਖ ਭਰ ਗਈ ਜਾਂ ਦਿਲ ਭਰ ਜਾਂਦਾ, ਨਜ਼ਰ ਭਰ ਗਈ। ਜਿਹੜੀ ਉਹ ਇਸ਼ਕ ਨਹੀਂ ਸੀ ਉਹਨੂੰ ਫਿਰ ਇਸ਼ਕ ਨਹੀਂ ਸੀ ਹੈਗਾ। ਉੱਥੇ ਉਹਦੀ ਨਜ਼ਰ ਨਹੀਂ ਖਲੋਤੀ, ਉਹ ਬਾਹਰ ਉਦੋਂ ਛੱਡ ਕੇ ਦੂਜੀ ਦਫਾ ਜਾਂਦਾ। ਉਹ ਖੂਬਸੂਰਤ ਇਨਸਾਨ ਖੂਬਸੂਰਤੀ ਦੇ ਪਿੱਛੇ ਚੱਲ ਕੇ ਉਹ ਖੂਬਸੂਰਤੀ ਨੂੰ ਇਸ਼ਕ ਸਮਝਦਾ। ਇਸ਼ਕ ਦਾ ਮਾਮਲਾ ਕਿਹਦੇ ਨਾਲ ਹੈ? ਦਿਲ ਦੇ ਨਾਲ ਮਾਮਲਾ ਹੈ। ਦਿਲ ਦੇ ਨਾਲ ਮਾਮਲਾ ਹੈ। ਇਸ਼ਕ ਦਾ ਮਾਮਲਾ ਅੱਲਾਹ ਤਾਲਾ ਨੇ ਹਰ ਸ਼ੈ ਦੋ ਬਣਾਈ ਹੈ, ਸਿਰਫ ਦਿਲ ਨੂੰ ਇੱਕ ਬਣਾਇਆ। ਜਦੋਂ ਤੁਸੀਂ ਇੱਕ ਜਗ੍ਹਾ ਤੋਂ ਖਲੋ ਜਾਓਗੇ, ਉੱਥੇ ਤੁਹਾਡੀ ਇਸ਼ਕ ਦੀ ਇਬਤਦਾ ਹੋ ਜਾਏਗੀ। ਦੂਸਰੀ, ਇਸ਼ਕ ਨੂੰ ਮੁਆਵਜ਼ਾ ਨਹੀਂ ਚਾਹੀਦਾ। ਇਸ਼ਕ ਨੂੰ ਮੁਆਵਜ਼ਾ ਸਮਝ ਲਓ ਕੀ ਮਸਲਾ ਹੈ। ਮੈਂ ਮਸਲਾ ਭਾਈ ਕੁਛ ਦੇਣਾ, ਬਦਲਾ। ਮੈਂ ਤੈਨੂੰ ਮੁਹੱਬਤ ਕਰਨਾ, ਤੂੰ ਨਹੀਂ ਕਰਦੀ, ਉਹਦੇ ਬਦਲੇ ਕੋਈ ਚੀਜ਼ ਦੇਣਾ ਭਾਈ। ਮੁਹੱਬਤ ਦੇ ਬਦਲੇ ਮੁਹੱਬਤ ਨਹੀਂ ਚਾਹੀਦੀ। ਇਸ਼ਕ ਮੁਹੱਬਤ ਦੇ ਬਦਲੇ ਮੁਹੱਬਤ ਨਹੀਂ ਮੰਗਦਾ। ਇਸ਼ਕ ਮੁਹੱਬਤ ਦੇ ਬਦਲੇ ਉਹਨੂੰ ਮੁਹੱਬਤ ਨਹੀਂ ਚਾਹੀਦੀ। ਇਸ਼ਕ ਇੱਕ ਤਰਫਾ ਹੁੰਦਾ, ਦੋ ਤਰਫਾ ਨਹੀਂ ਹੁੰਦਾ। ਇਸ਼ਕ ਇੱਕ ਤਰਫਾ ਹੈ। ਇਸ਼ਕ ਦੇ ਵਿੱਚ ਆਵਾਜ਼ ਨਹੀਂ ਨਿਕਲਦੀ। ਇਸ਼ਕ ਦੇ ਵਿੱਚ ਬੰਦਾ ਖਾਮੋਸ਼ ਹੋ ਜਾਂਦਾ। ਇਸ਼ਕ ਦਿਲ ਦੇ ਨਾਲ ਅਟੈਚ ਹੈ, ਉਹਦੇ ਅੰਦਰ ਉਹਦਾ ਸਰੂਰ ਹੈ। ਇਸ਼ਕ ਦੇ ਵਿੱਚ ਮਿਸਾਲ ਤੌਰ ਤੇ ਤੁਸੀਂ ਕਹਿੰਦੇ ਹੋ ਅਸੀਂ ਕਹਿਣਾ ਬੜਾ ਮੁਹੱਬਤ ਕਰਨਾ, ਉਹ ਮੇਰੇ ਨਾਲ ਨਹੀਂ ਕਰਦਾ, ਭਾਈ ਉਹ ਨਾ ਕਰੇ। ਇਸ਼ਕ ਆਜ਼ਾਦ ਹੈ। ਇਸ਼ਕ ਕੀ ਹੈ? ਆਜ਼ਾਦ ਹੈ। ਪਰ ਤੁਹਾਨੂੰ ਕਿਸੇ ਔਰਤ ਨਾਲ ਪਿਆਰ ਹੈ, ਉਸ ਔਰਤ ਨੂੰ ਕਿਸੇ ਹੋਰ ਨਾਲ ਪਿਆਰ ਹੈ, ਇਹਦਾ ਮਤਲਬ ਕਹਿਣ ਦਾ ਕਿ ਤੁਹਾਨੂੰ ਇਸ਼ਕ ਨਹੀਂ ਸੀ ਹੈਗਾ। ਤੁਹਾਨੂੰ ਉਹਦੇ ਵਿੱਚ ਉਹ ਇਸ਼ਕ ਹੋਵੇ ਤੇ ਔਰਤ ਬਾਹਰ ਆਪਣੀ ਜਿਹਨੂੰ ਬੀਵੀ ਆਨੇ ਆ, ਬਾਹਰ ਝਾਂਦੀਆਂ ਮਾਰਦੀ ਹੈ, ਵਹਿੰਦੀ ਹੈ। ਉਹ ਕਿਉਂ ਵਹਿੰਦੀ ਹੈ ਬਈ? ਉਹ ਤੁਹਾਡੇ ਲਈ ਇਸ਼ਕ ਨਹੀਂ ਹੈਗਾ। ਨਹੀਂ ਸਮਝ ਆਈ ਗੱਲ? ਜਦੋਂ ਤੁਹਾਡੇ ਅੰਦਰ ਇਸ਼ਕ ਪੈਦਾ ਹੋ ਜਾਏਗਾ, ਅੰਦਰ ਇਸ਼ਕ ਪੈਦਾ ਹੋ ਜਾਏਗਾ, ਉਹ ਔਰਤ ਨੂੰ ਖੁਦ ਪਤਾ ਚੱਲ ਜਾਏਗਾ ਕਿ ਇਸ ਬੰਦੇ ਨੂੰ ਮੇਰੇ ਅੰਦਰ ਇਸ਼ਕ ਹੋ ਗਿਆ। ਸਮਝ ਮੇਰੀ ਗੱਲ ਦੀ ਆਂਦੀ ਹੈ ਬਈ? ਹੁਣ ਉਹ ਬੰਦਾ ਕਹਿੰਦਾ ਪਿਆ ਕਿ ਮੈਂ ਇਹਦੇ ਨਾਲ ਇੰਨਾ ਪਿਆਰ ਕਰਨਾ, ਇਹ ਨਹੀਂ ਮੇਰੇ ਨਾਲ ਕਰਦੀ। ਭਾਈ ਉਹ ਤੇਰੀ ਪਸੰਦ ਨਹੀਂ। ਇਸ਼ਕ ਕਿਸੇ ਦਾ ਪਾਬੰਦ ਨਹੀਂ ਹੋ ਸਕਦਾ। ਉਹਨੂੰ ਇਸ਼ਕ ਕਿਸੇ ਹੋਰ ਨਾਲ ਹੈ, ਉਹਨੂੰ ਇਸ਼ਕ ਕਿਸੇ ਹੋਰ ਨਾਲ ਹੈ। ਤੈਨੂੰ ਇਸ਼ਕ ਉਹਦੇ ਨਾਲ ਹੈ, ਤੈਨੂੰ ਉਹਦੇ ਨਾਲ ਤੂੰ ਪਿਆਰ ਕਰ, ਉਹਨੂੰ ਕਿਸੇ ਹੋਰ ਨਾਲ ਤੂੰ ਪਿਆਰ ਕਰ। ਉਹਦੇ ਤੇ ਵੀ ਪਾਬੰਦੀ ਕੋਈ ਨਹੀਂ। ਇਸ਼ਕ ਜ਼ਾਦ ਹੈ। ਇਸ਼ਕ ਕਿਸੇ ਇਸ਼ਕ ਆਜ਼ਾਦ ਹੈ। ਇਸ਼ਕ ਕੋਲ ਬਹਿ ਕੇ ਜ਼ਨਾ ਕਰਨੀ ਹੈ ਨਾ, ਬੀਵੀ ਕੋਲ ਬਹਿ ਕੇ ਤੂੰ ਉਹਨੂੰ ਆਹੋ ਯਾਰ ਠੀਕ ਹੈ ਕਰ, ਤੇਰੀ ਮਿਹਰਬਾਨੀ ਕਰ, ਤੂੰ ਮੌਜ ਮੈਨੂੰ ਕੀ ਕਰਾ ਦੇ। ਉਹਨੇ ਐਵੇਂ ਨਾ ਇਸ਼ਕ ਕਿਸੇ ਦਾ ਹੋਇਆ ਨਹੀਂ। ਹਾਂਜੀ, ਇਸ਼ਕ ਆਜ਼ਾਦ ਹੈ। ਲਾਮਾ ਇਕਬਾਲ ਸਾਹਿਬ ਫਰਮਾਉਂਦੇ ਨੇ, ਇਹ ਕੈਸ ਹੈ ਮਜਨੂ, ਤੂੰ ਲੈਲਾ ਦਾ ਹੀ ਨਜ਼ਾਰਾ ਕਰਦਾ ਰਿਹਾ, ਕਦੇ ਆਪਣਾ ਵੀ ਨਜ਼ਾਰਾ ਨਹੀਂ ਕੀਤਾ। ਤੂੰ ਲੈਲਾ ਦਾ ਹੀ ਸਾਰੀ ਜ਼ਿੰਦਗੀ ਨਜ਼ਾਰਾ ਕਰਦਾ ਰਿਹਾ, ਆਪਣੇ ਆਪ ਨੂੰ ਨਹੀਂ ਦੇਖਿਆ, ਆਪਣਾ ਨਜ਼ਾਰਾ ਹੀ ਨਹੀਂ ਕੀਤਾ। ਇਹ ਇਸ਼ਕ ਹਕੀਕੀ, ਇਸ਼ਕ ਮਜਾਜ਼ੀ ਇਸ਼ਕ ਕੀ ਹੈ? ਇਹ ਔਰਤਾਂ ਕੀ ਹੈ? ਇਹ ਮਜਾਜ਼ੀ ਇਸ਼ਕ। ਇਸ਼ਕ ਹਕੀਕੀ ਲੈਲਾ ਦਾ ਨਜ਼ਾਰਾ ਕਰਦੇ ਰਹਿਣਾ, ਲੈਲਾ ਦਾ ਨਜ਼ਾਰਾ ਕੀਤਾ, ਆਪਣਾ ਨਜ਼ਾਰਾ ਇਨਸਾਨ ਨੇ ਨਹੀਂ ਕੀਤਾ। ਮਨ ਅਰਫ ਨਫਸਹੁ ਫਕਦ ਅਰਫ ਰੱਬਹੁ। ਆਪਣੀ ਜ਼ਾਤ ਨੂੰ ਇਨਸਾਨ ਨੇ ਨਹੀਂ ਪਛਾਣਿਆ। ਜਦੋਂ ਆਪਣੀ ਜ਼ਾਤ ਨੂੰ ਪਛਾਣ ਲਏਗਾ ਨਾ, ਉਹਨੂੰ ਫਿਰ ਬੀਵੀਆਂ, ਸ਼ੇਵੀਆਂ, ਔਰਤਾਂ, ਮਰਦ, ਬੱਚੇ, ਬੁੱਢੇ ਸਾਰੇ ਸਾਰੇ ਉਹਦੇ ਕੋਲ ਖਤਮ ਹੋ ਜਾਣਗੇ। ਯਾਨੀ ਕਿ ਇਨਸਾਨ ਨੂੰ ਆਪਣੇ ਆਪ ਦੀ ਪਹਿਚਾਣ ਆਪਣੀ ਪਹਿਚਾਣ ਆ। ਮਨ ਅਰਫ ਨਫਸਹੁ ਫਕਦ ਅਰਫ ਰੱਬਹੁ। ਜਿਸਨੇ ਆਪਣੀ ਜ਼ਾਤ ਨੂੰ ਪਛਾਣ ਲਿਆ, ਉਸਨੇ ਅੱਲਾਹ ਦੀ ਜ਼ਾਤ ਨੂੰ ਪਛਾਣ ਲਿਆ। ਜਿਸਨੇ ਅੱਲਾਹ ਦੀ ਜ਼ਾਤ ਨੂੰ ਪਛਾਣ ਲਿਆ, ਉਸਨੇ ਫਰਿਸ਼ਤਿਆਂ ਨੂੰ ਪਛਾਣ ਲਿਆ। ਜਿਸਨੇ ਫਰਿਸ਼ਤਿਆਂ ਨੂੰ ਪਛਾਣ ਲਿਆ, ਉਸਨੇ ਜਿੰਨਾਤ ਨੂੰ ਪਛਾਣ ਲਿਆ। ਜਿਸ ਜਿੰਨਾਤ ਨੂੰ ਪਛਾਣ ਲਿਆ, ਉਹਨੂੰ ਦੋਜ਼ਖ ਦੀ ਪਛਾਣ, ਉਹਨੂੰ ਜੰਨਤ ਦੀ ਪਛਾਣ, ਉਹਨੂੰ ਰੂਹਾਂ ਦੀ ਪਛਾਣ, ਉਹਨੂੰ ਫਰਿਸ਼ਤਿਆਂ ਦੀ ਪਛਾਣ, ਉਹਨੂੰ ਔਰਤਾਂ ਦੀ ਪਛਾਣ, ਉਹਨੂੰ ਮਰਦਾਂ ਦੀ ਪਛਾਣ, ਉਹਨੂੰ ਛੋਟਿਆਂ ਦੀ ਪਛਾਣ, ਉਹਨੂੰ ਵੱਡਿਆਂ ਦੀ ਪਛਾਣ। ਪੂਰੀ ਕਾਇਨਾਤ ਅੱਲਾਹ ਤਾਲਾ ਪਰਦਾ ਪਿਛਾ ਕਰ ਛੱਡਦੀ ਹੈ ਸਾਹਮਣੇ।